ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਮੀਟਿੰਗ ਸਮਾਜ ਸੇਵੀ ਭੁਪਿੰਦਰ ਸਿੰਘ ਸੋਨੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰਵਾਲੀ ਗੇਟ ਅੰਮ੍ਰਿਤਸਰ ਵਿਖੇ ਕੀਤੀ ਗਈ। सो निर्भय भगवान वाल्मीकि महाराज की जय। मैं पवन द्रविड़, चेयरमैन महास्नान प्रबंधक कमेटी वाल्मीकि तीर्थ। और काफ़ी दिनों तो भुपिंदर सोनू जी ने एक मीटिंग की कॉल की सी, जिहदे विच विशेष मुद्दे सी जिहड़े साडे कि परमात्मा वाल्मीकि महाराज का प्रगट दिवस आ रहा है, उसकी शोभा यात्रा और 1 तरीक नूं जिहड़ी 1 अक्तूबर नूं जिहड़ी जलंधर तो शोभा यात्रा तुरनी है, अमृतसर पावन वाल्मीकि तीर्थ ते पहुंचनी है। ਉਹਦੇ ਬਾਰੇ ਕਾਫੀ ਚਿੰਤਤ ਸੀ ਸੋਨੂ ਜੀ, और ਉਹਦੀ ਰੂਪਰੇਖਾ ਤਿਆਰ ਕਰਨ ਵਾਸਤੇ ਅੱਜ ਦੀ ਮੀਟਿੰਗ ਦੀ ਕਾਲ ਦਿੱਤੀ ਗਈ ਸੀ। ਪਰ ਉਹਦੇ ਨਾਲ ਪਤਾ ਨਹੀਂ ਸੀ ਵੀ ਇੱਕ ਹੋਰ ਕੜੀ ਜੁੜ ਜਾਣੀ ਹੈ, ਜਿਹੜੀ ਕਿ ਕੱਲ ਇੱਕ ਘਟਨਾ ਹੋਈ ਹੈ ਵਿਦਆਊਟ ਐਨੀ ਰੀਜ਼ਨ। ਜਿਹੜੀ ਸਪੈਸ਼ਲ ਏਜੰਸੀ ਜਿਹੜੀ ਦਿੱਲੀ ਤੋਂ ਆਈ ਹੈ, ਉਹ ਅਸੀਂ ਤਾਂ ਲੱਗੇ ਪਏ ਆ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਦੇ ਵਿੱਚ। ਤੇ ਇਹ ਮੈਨੂੰ ਲੱਗਦਾ ਕਿ ਕੋਈ ਰਾਜਨੀਤਿਕ ਖੇਲ ਹੈਗਾ ਹੈ, ਜਿਹਦੇ ਵਿੱਚ ਬਾਰ-ਬਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਅਫਸਰਾਂ ਵੱਲੋਂ ਬੁਲਾਇਆ ਜਾਂਦਾ। ਹਾਂ, ਜੇ ਕੋਈ ਗੱਲ ਹੈਗੀ ਤੇ ਇਨਵੈਸਟੀਗੇਸ਼ਨ ਕਰ ਸਕਦੇ ਆ, ਉਹਨਾਂ ਦਾ ਫਰਜ਼ ਹੈ ਬੁਲਾਉਣਾ, ਇਹਨਾਂ ਦਾ ਫਰਜ਼ ਹੈ ਆਪਣੀ ਸਫਾਈ ਦੇਣਾ। ਪਰ ਉਹ ਲੱਗਦਾ ਕਿ ਕੋਈ ਰਾਜਨੀਤਿਕ ਕੋਈ ਸਟੰਟ ਹੈਗੇ ਆ, ਜਿਹਦੇ ਵਿੱਚ ਬਾਰ-ਬਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਤਿਆਰੀਆਂ ਕਰ ਰਹੇ ਹਾਂ ਪ੍ਰਗਟ ਦਿਵਸ ਮਨਾਉਣ ਦੀਆਂ, ਸ਼ੋਭਾ ਯਾਤਰਾ ਕੱਢਣ ਦੀ। ਔਰ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਕਿ ਜੇ ਕੋਈ ਇਨਸਾਨ ਸੁਧਰਨਾ ਚਾਹੁੰਦਾ ਹੈ, ਅਸੀਂ ਮੰਨਦੇ ਹਾਂ कि कुछ गलतियां बहुत वड्डियां गलतियां होणगियां, छोटियां गलतियां होणगियां, इंसान करदा सारे को हुंदियां है। और जे भुपिंदर सिंह सोनू तो भी जे कोई गलतियां होईयां आ ते जे ओदा खंडन करदे आ, ओदी माफ़ी मंगना चाहुंदे आ, और जे समाज दी सेवा करना चाहुंदे भी ਜਿਹੜੀਆਂ पिछलियां गलतियां हो गईयां ते प्रशासन नूं, शासन नूं और समाज नूं ਉਹ ਚੀਜ਼ਾਂ ਮਾਫ ਕਰ ਦੇਣੀਆਂ ਚਾਹੀਦੀਆਂ। ਜੇ ਬਾਰ-ਬਾਰ ਆਪਾਂ ਟੌਰਚਰ ਕਰਾਂਗੇ ਤੇ ਮੈਨੂੰ ਲੱਗਦਾ ਆਪਾਂ ਬਾਰ-ਬਾਰ ਉਸ ਦਲਦਲ ਦੇ ਵਿੱਚ ਫਿਰ ਦੁਬਾਰਾ ਉਸ ਇਨਸਾਨ ਨੂੰ भेजना चाਹੁੰਦੇ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਇਨਸਾਨ ਸੁਧਰ ਜਾਵੇ। ਜੇ ਸੋਨੂ ਜੀ ਸਾਡਾ ਛੋਟਾ ਭਰਾ ਆ, ਔਰ ਅਸੀਂ ਅਫਸਰਾਂ ਨੂੰ ਵੀ ਬੇਨਤੀਆਂ ਕੀਤੀਆਂ ਪਹਿਲਾਂ ਵੀ ਜਾ ਕੇ ਕਿ ਸੋਨੂ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਜਿਹੜੀ ਆਪਣਾ ਜਿਹੜਾ ਜੀਵਨ ਸੀ, ਉਹ ਸਾਨੂੰ ਨਹੀਂ ਪਤਾ ਵੀ ਕਿੱਦਾਂ ਦਾ ਸੀ। ਉਹ ਉਹਨਾਂ ਦੀ ਆਪਣੀ ਇੱਕ ਯੰਗ ਏਜ ਦੇ ਵਿੱਚ ਉਹਨਾਂ ਕੋਲ ਗਲਤੀਆਂ ਹੁੰਦੀਆਂ, ਸਾਰਿਆਂ ਕੋਲ ਹੁੰਦੀਆਂ ਵਾ। ਸੋ ਇਹ ਜਿਹੜੀਆਂ ਗਲਤੀਆਂ ਪ੍ਰਸ਼ਾਸਨ ਨੂੰ ਮਾਫ ਕਰਨੀਆਂ ਚਾਹੀਦੀਆਂ ਵਾ। ਜਦ ਕਿ ਜਦੋਂ ਇਹ ਉਸ ਲਾਈਫ ਚੋਂ ਬਾਹਰ ਆਏ ਆ, ਉਸ ਤੋਂ ਬਾਅਦ ਜੇ ਕੋਈ ਘਟਨਾ ਹੁੰਦੀ ਹੈ ਫਿਰ ਇਹ ਦੋਸ਼ੀ ਹੈ। घट्टो घट्ट साल 2 साल हो गए, 1.5 साल हो गया है, और बड़े पीसफुली तरीके नाल अपना जीवन जी रहे हैं, अपने परिवार दे नाल रहनमाई कर रहे हैं परिवार दी, और बच्चों की अच्छे ही लालन पालन कर रहे हैं। सो ये चीज़ां जिहड़ियां बार-बार हुंदियां वो परिवार वास्ते, समाज वास्ते बड़ियां दुखदाई है। सो मैं बेनती करना चाहना प्रशासन नूं कि जिन्नी ਵੱਧ ਤੋਂ ਵੱਧ ਰਿਲੀਫ ਭੁਪਿੰਦਰ ਸੋਨੀ ਜੀ ਨੂੰ ਮਿਲਣੀ ਚਾਹੀਦੀ ਹੈ, ਉਹ ਪ੍ਰਸ਼ਾਸਨ ਵੱਲੋਂ ਦਿੱਤੀ ਨਹੀਂ ਗਈ। ਜੈ ਵਾਲਮੀਕੀ, ਹਰ ਵਾਲਮੀਕੀ। ਅੱਜ ਵਾਲਮੀਕੀ ਭਾਈਚਾਰੇ ਸਾਰੇ ਸਮਾਜ ਦੀਆਂ ਧਾਰਮਿਕ ਪੋਲੀਟੀਕਲ ਜਥੇਬੰਦੀਆਂ ਦੀ ਇੱਕ ਵਿਸ਼ਾਲ ਮੀਟਿੰਗ ਹੋਈ। ਉਹਦਾ ਮੇਨ ਪਰਪਸ ਹੈ ਕਿ ਭੁਪਿੰਦਰ ਸਿੰਘ ਸੋਨੂ ਮੁੱਖ ਧਾਰਾ ਦੇ ਵਿੱਚ ਆਇਆ, ਜਿਨ੍ਹਾਂ ਸਾਰੇ ਹੀ ਸਿਸਟਮ ਛੱਡ ਕੇ, ਬੈਡ ਐਲੀਮੈਂਟ ਛੱਡ ਕੇ ਇੱਕ ਚੰਗੀਆਂ ਧਾਰਮਿਕ ਸੰਸਥਾ ਦੇ ਨਾਲ ਪਾਵਨ ਵਾਲਮੀਕੀ ਤੀਰਥ ਨਾਲ ਜੁੜਿਆ। ਧਾਰਮਿਕ ਕੰਮਾਂ ਦੇ ਵਿੱਚ, ਸੋਸ਼ਲ ਕੰਮਾਂ ਦੇ ਵਿੱਚ ਇਸ ਵੇਲੇ ਸਾਰੇ ਸ਼ਹਿਰ 'ਚ ਬੜਾ ਅੱਛਾ ਯੋਗਦਾਨ ਹੈ। ਥੋੜ੍ਹਾ ਸਮਾਂ ਪਹਿਲਾਂ ਇਹਨਾਂ ਦੀ ਮਾਤਾ ਜੀ ਨੇ ਇਲੈਕਸ਼ਨ ਵੀ ਲੜਿਆ ਸੈਂਟਰਲ ਹਲਕੇ ਤੋਂ। ਚਲੋ ਜਿੱਤ ਤੇ ਨਹੀਂ ਸਕੇ, ਲੇਕਿਨ ਚੰਗੀਆਂ ਵੋਟਾਂ ਲੈ ਕੇ ਗਏ ਆ, ਕਿਉਂਕਿ ਹਿੰਦੁਸਤਾਨ ਦੀ ਉਹ ਮਹਾਨ ਸ਼ੇਰਨੀ ਸ਼੍ਰੀਮਤੀ ਫੂਲਨ ਦੇਵੀ ਜੋ ਮੁੱਖ ਧਾਰਾ ਵਿੱਚ ਆਈ ਸੀ, ਉਸਨੇ ਹਿੰਦੁਸਤਾਨ ਦੀ ਮੁੱਖ ਪਾਰਲੀਮੈਂਟ ਦਾ ਇਲੈਕਸ਼ਨ ਵੀ ਲੜਿਆ, MP ਵੀ ਬਣੀ, ਇੱਕ ਚੰਗਾ ਸੁਭਾਅ, ਚੰਗੀ ਪੋਜੀਸ਼ਨ ਦੇ ਵਿੱਚ ਰਹੀ। ਲੇਕਿਨ ਜਿਹੜਾ ਹਿੰਦੁਸਤਾਨੀ ਮੁੱਖ ਧਾਰਾ ਵਿੱਚ ਆ ਜਾਂਦਾ ਹੈ, ਪ੍ਰਸ਼ਾਸਨ ਨੂੰ ਵੀ ਚਾਹੀਦਾ ਉਹਦਾ ਸਹਿਯੋਗ ਦੇਣਾ, ਬਾਰ-ਬਾਰ ਰੇਟ ਦੇਣਾ। 9 ਘੰਟੇ ਦੇ ਘਰ ਪੁਲਿਸ ਨੇ ਪੁੱਛਗਿੱਛ ਕੀਤੀ, ਲੇਕਿਨ ਬੜੀ ਨਿੰਦਣਯੋਗ ਗੱਲ ਹੈ, ਮਿਲਿਆ ਕੁਛ ਨਹੀਂ। ਜੇਕਰ ਕੋਈ ਬੰਦਾ ਸੁਧਰ ਗਿਆ ਹੈ ਤਾਂ ਉਹਨੂੰ ਸੁਧਰਨਾ ਹੀ ਰਹਿਣ ਦੇਣਾ ਚਾਹੀਦਾ ਹੈ, ਉਹਨੂੰ ਡਿਸਟਰਬਿੰਗ ਉਹਦੀ ਨਹੀਂ ਹੋਣ ਦੇਣੀ ਚਾਹੀਦੀ। ਸਾਰੀ ਸਮਾਜ ਦੀਆਂ ਜਥੇਬੰਦੀਆਂ ਨੇ ਅੱਜ ਇਹੀ ਨਿਰਣਾ ਕੀਤਾ ਹੈ ਕਿ ਅਸੀਂ ਭੁਪਿੰਦਰ ਸਿੰਘ ਸੋਨੂ ਦੇ ਇਸ ਪੁਆਇੰਟ 'ਤੇ ਸਹਿਯੋਗ ਦੇ ਨਾਲ ਖੜ੍ਹੇ ਹਾਂ ਜੋ ਮੁੱਖ ਧਾਰਾ ਵਿੱਚ ਹੈ। ਉਹਦਾ ਦੂਸਰਾ ਸਾਡਾ ਏਜੰਡਾ ਹੈ ਪਾਵਨ ਵਾਲਮੀਕੀ ਤੀਰਥ ਦੇ ਵਿਖੇ ਮੁੱਖ ਇੱਕ ਪੰਜਾਬ ਤੋਂ ਯਾਤਰਾ ਆ ਰਹੀ ਹੈ 1 ਤਰੀਕ ਨੂੰ। ਉਹਦੇ ਵਿੱਚ ਸਾਰੇ ਹੀ ਬੇਨਤੀ ਕਰਦਾ ਹਾਂ ਕਿ ਥਾਂ ਥਾਂ 'ਤੇ ਉਹਦਾ ਯਾਤਰਾ ਸਵਾਗਤ ਵੀ ਕਰੋ, ਗੇਟ ਵੀ ਲਗਾਓ, ਲੰਗਰ ਵੀ ਲਗਾਓ। ਉਹ ਯਾਤਰਾ
4 ਤੋਂ 5 ਵਜੇ ਤੱਕ 1 ਤਰੀਕ ਨੂੰ ਉੱਥੇ ਪਹੁੰਚੇਗੀ। ਉਹਦਾ ਸਵਾਗਤ ਕਰੀਏ, ਉਹਨੂੰ ਮਾਨ ਸਤਿਕਾਰ ਕਰੀਏ। 200-250 ਗੱਡੀ ਆਉਣੀ ਆ, ਮੋਟਰਸਾਈਕਲ ਆਉਣੇ ਆ, ਸਾਧ ਸੰਗਤ ਆਉਣੀ ਆ। 9 ਤਰੀਕ ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਉਤਸਵ ਆ। ਇੱਕ ਦਿਨ ਪਹਿਲਾਂ ਉਹਦੀ ਸ਼ੋਭਾ ਯਾਤਰਾ ਹੋਵੇਗੀ। ਸ਼ੋਭਾ ਯਾਤਰਾ ਵਿੱਚ ਸਾਰੇ ਆਪਾਂ ਸਹਿਯੋਗ ਦਈਏ ਕਿ ਇੱਕ ਪਰਮ ਪਿਤਾ ਪਰਮਾਤਮਾ ਹੈ, ਜਿਹਦੇ ਨਾਂ ਦੇ ਨਾਲ ਆਪਾਂ ਸਾਰੇ ਇਕੱਤਰ ਵੀ ਹੋ ਸਕਦੇ, ਜੁੜ ਵੀ ਸਕਦੇ ਹਾਂ। ਅਤੇ 9 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਵਿਖੇ ਜੋ ਗੁਰੂ ਵਾਲਮੀਕ ਮਹਾਰਾਜ ਦਾ ਪ੍ਰਗਟ ਉਤਸਵ ਮਨਾਇਆ ਜਾ ਰਿਹਾ ਹੈ। ਉਮੀਦ ਹੈ ਕਿਉਂਕਿ ਥੋੜ੍ਹੇ ਦਿਨਾਂ ਦੇ ਬਾਅਦ ਬਾਬਾ ਮਲਕੀਤ ਨਾਥ ਜੀ ਦਿੱਲੀ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਵਾਸਤੇ ਜਾ ਰਹੇ ਆ, ਜਿਨ੍ਹਾਂ ਨੇ ਟਾਈਮ ਵੀ ਲਿਆ। ਕੁਛ ਮੰਗਾਂ ਵੀ ਉੱਥੇ ਦੀਆਂ ਹੈਗੀਆਂ ਹਨ। ਜੇਕਰ ਮਾਨਯੋਗ ਕੇਜਰੀਵਾਲ ਸਾਹਿਬ ਉੱਥੇ ਆਉਣਗੇ, ਉਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆਉਣਗੇ, ਸਾਰਾ ਮੰਤਰੀ ਮੰਡਲ ਆਏਗਾ। ਲੇਕਿਨ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਕਿ ਪ੍ਰਸ਼ਾਸਨ ਨੂੰ ਇਸ ਗੱਲ ਦੀ ਤਾੜਨਾ ਕਰਨ ਕਿ ਨਜਾਇਜ਼ ਕਿਸੇ ਦੇ ਉੱਤੇ ਰੀਟ ਕਰਨਾ, ਉਹਨੂੰ ਤੰਗ ਕਰਨਾ ਉਹ ਨਿੰਦਣਯੋਗ ਹੈ। ਧੰਨਵਾਦ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਜਿਹੜੀ NIV ਰੇਡ ਪਈ ਆ ਤੇ ਪੂਰਾ 9 ਘੰਟੇ ਸਰਚ ਕੀਤੀ ਆ। 9 ਘੰਟਿਆਂ ਦੌਰਾਨ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਤੇ ਸਾਰੇ ਸਮਾਜ ਨੂੰ ਪਤਾ ਵਾ। ਤੁਸੀਂ ਮੀਡੀਆ ਵਾਲੇ ਕਈ ਮੰਚਾਂ ਤੇ ਮੈਨੂੰ ਮਿਲੇ ਹੋ, ਕਈ ਸਟੇਜਾਂ ਤੇ ਮੈਨੂੰ ਮਿਲੇ ਹੋ, ਤੁਹਾਨੂੰ ਵੀ ਪਤਾ ਵਾ। ਸ਼ਾਸਨ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਪਤਾ ਕਿ ਕੋਈ ਵੀ ਜਿਹੜੀ ਆ ਗਲਤ ਐਕਟੀਵਿਟੀ ਮੇਰੀ ਬਿਲਕੁਲ ਵੀ ਨਹੀਂ। ਜੋ ਪਿੱਛੇ ਹੋ ਗਿਆ ਉਹਦੀ ਮੈਂ ਸਜ਼ਾ ਭੁਗਤ ਚੁੱਕਾ ਵਾਂ ਔਰ ਕੋਰਟ ਨੇ ਮੈਨੂੰ ਮਾਨਯੋਗ ਅਦਾਲਤ ਨੇ ਮੈਨੂੰ ਜ਼ਮਾਨਤ ਵੀ ਦਿੱਤੀ ਆ ਤੇ ਜਿਹੜੇ ਮੇਰੇ ਤੇ ਕੇਸ ਸੀ ਉਹ ਬਰੀ ਵੀ ਹੋਏ ਨੇ। ਕੁਛ ਇੱਕ ਦੋ ਕੇਸ ਜਿਹੜੇ ਰਹਿ ਗਏ ਉਹਨਾਂ ਤੇ ਮੈਂ ਚੱਲਦਾ ਤੇ ਉਹ ਮਾਨਯੋਗ ਅਦਾਲਤ ਨੇ ਮੈਨੂੰ ਜ਼ਮਾਨਤ ਦਿੱਤੀ ਆ ਤੇ ਉਹਦੇ ਕਰਕੇ ਮੈਂ ਘਰ ਬੈਠਾ। ਉਸ ਤੋਂ ਬਾਅਦ ਮੇਰੀ ਕੋਈ ਵੀ ਗਲਤ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੈ। ਕ੍ਰਾਈਮ ਦੀ ਦੁਨੀਆ 'ਚ ਮੇਰੀ ਕੋਈ ਵੀ ਐਕਟੀਵਿਟੀ ਬਿਲਕੁਲ ਨਹੀਂ ਕਿਸੇ ਨੂੰ ਵੇਖਣ ਨੂੰ ਮਿਲੀ, ਨਾ ਸ਼ਾਸਨ ਪ੍ਰਸ਼ਾਸਨ ਨੂੰ। ਮੈਂ ਬੜੇ ਆਰਾਮ ਨਾਲ ਆਪਣੇ ਸਮਾਜ ਦਾ ਕੰਮ ਕਰ ਰਿਹਾ ਤੇ ਉਸ ਦੌਰਾਨ ਵੀ ਫਿਰ ਵੀ ਮੈਨੂੰ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾ। 9 ਘੰਟੇ ਜਿਹੜੀ ਰੇਡ ਚੱਲੀ ਆ, ਸਾਨੂੰ ਪੂਰੇ ਪਰਿਵਾਰ ਨੂੰ ਜਿਹੜਾ ਇੱਕ ਨਜ਼ਰਬੰਦ ਕਰਕੇ 9 ਘੰਟੇ ਦੇ ਕਰੀਬ ਜਿਹੜੀ ਰੇਡ ਚੱਲੀ ਆ ਤੇ ਉਹਦਾ ਜਿਹੜਾ ਸਿੱਟਾ ਸੀਗਾ, ਉਹਦਾ ਜਿਹੜਾ ਸਿੱਟਾ ਨਿਕਲਿਆ ਬਿਲਕੁਲ ਜ਼ੀਰੋ। ਕੋਈ ਰਿਕਵਰੀ ਨਹੀਂ, ਕੋਈ ਕੁਛ ਨਹੀਂ, ਬਿਨਾਂ ਕਿਸੇ ਰੀਜ਼ਨ ਤੋਂ ਜਿਹੜਾ ਵਾ ਸਾਨੂੰ ਤੰਗ ਕੀਤਾ। ਸੋਨੂੰ ਜੀ ਕੀ ਲੱਗਦਾ ਕਿ ਨਾ ਤੁਹਾਡੇ ਘਰ ਦੇ ਬੈਂਕ ਖਾਤੇ ਵੀ ਖੋਲੇ ਜਾਂਦੇ, ਤੁਹਾਡਾ ਵੀ ਬੈਂਕ ਖਾਤਾ ਖੋਲਿਆ ਜਾਂਦਾ, ਤੁਹਾਡੇ ਮਦਰ ਦਾ ਵੀ ਬੈਂਕ ਖਾਤਾ ਖੋਲਿਆ ਜਾਂਦਾ, ਕੁਛ ਨਹੀਂ ਲੱਭਦਾ ਤੇ ਫਿਰ ਇਹ ਕਿਉਂ ਰੇਡ ਮਾਰਦੇ ਨੇ? ਕਿ ਇੱਕ ਤਾਂ ਗੈਂਗਸਟਰ ਪਹਿਲੇ ਸੀ ਨਾ, ਤੁਸੀਂ ਹੁਣ ਤੇ ਸੇਵਾ ਕਰਦੇ ਪਏ ਸਾਰਿਆਂ ਦੀ, ਤੇ ਫਿਰ ਕਿਉਂ ਕਰਦੇ ਨੇ? ਪੁਲਿਸ ਹੀ ਗੈਂਗਸਟਰ ਬਣਾ ਰਹੀ ਫਿਰ ਤੁਹਾਨੂੰ ਫਿਰ ਦੁਬਾਰਾ? ਦੇਖੋ, ਹੋ ਸਕਦਾ ਪ੍ਰਸ਼ਾਸਨ ਤੇ ਵੀ ਕੋਈ ਦਬਾਅ ਹੋਵੇ, ਕੋਈ ਰਾਜਨੀਤਿਕ ਦਬਾਅ, ਕੋਈ ਸਟੇਟ ਦਾ ਜਾਂ ਸੈਂਟਰ ਦਾ, ਕਿਸੇ ਤਰ੍ਹਾਂ ਦਾ ਵੀ ਰਾਜਨੀਤਿਕ ਦਬਾਅ ਹੋ ਸਕਦਾ, ਕਿਉਂਕਿ ਸਮਾਜ ਦਾ ਕੰਮ ਕਰ ਰਿਹਾ ਤੇ ਕਿਤੇ ਰਾਜਨੀਤਿਕ ਲੀਡਰਾਂ ਦੇ ਦਿਮਾਗ 'ਚ ਕਿਤੇ ਹੁੰਦਾ ਕਿ ਸਮਾਜ ਨੂੰ ਇਕੱਠਾ ਕਰ ਰਿਹਾ, ਜੁਆਇੰਟ ਕਰ ਰਿਹਾ, ਕਿਤੇ ਕੱਲ੍ਹ ਨੂੰ ਸਾਡੇ ਅੱਗੇ ਕੋਈ ਵੱਡੀ ਇਲੈਕਸ਼ਨ ਲੜਨ ਹੋਊਗੀ ਜਾਂ ਸਾਨੂੰ ਕੋਈ ਵੱਡਾ ਟਾਰਗੇਟ ਤਾਂ ਨਹੀਂ ਬਣਨ ਜਾ ਰਹੇ ਸਾਡੇ ਲਈ। ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਕੁਰਸੀਆਂ ਜਿਹੜੀਆਂ ਹਿੱਲਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਫੀਲ ਹੁੰਦਾ, ਕਿਉਂਕਿ ਏਜੰਸੀਆਂ ਜਿਹੜੀਆਂ ਉਹ ਹੈ ਤਾਂ ਸਰਕਾਰ ਦੇ ਨਹੀਂ। ਸੋਨੂੰ ਜੀ ਇੱਥੇ 2 ਗੈਂਗਸਟਰ ਰਹਿੰਦੇ ਨੇ ਤੁਹਾਡੇ ਇਲਾਕੇ 'ਚ, ਇੱਕ ਤੁਹਾਡਾ ਨਾਮ ਵੱਜਦਾ, ਇੱਕ ਹੋਰ ਬੰਦੇ ਦਾ ਨਾਮ ਵੱਜਦਾ, ਠੀਕ ਹੈ? ਫਿਰ ਉਹਦੇ ਘਰ ਰੇਡ ਕਿਉਂ ਨਹੀਂ ਪੈਂਦੀ? ਤੁਹਾਡੇ ਘਰ ਕਿਉਂ ਰੇਡ ਪੈਂਦੀ 6 ਵਜੇ ਸਵੇਰੇ? ਦੇਖੋ, ਇਹ ਤਾਂ ਲਿਸਟ ਦੇ ਵਿੱਚ ਜੋ ਉਹਨਾਂ ਨੂੰ ਏਜੰਸੀ ਨੂੰ ਕਿਸੇ ਨੇ ਹਦਾਇਤ ਦਿੱਤੀ ਹੋਊਗੀ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਸਮਾਜ ਨੂੰ ਅਸੀਂ ਇੱਕ ਮੰਚ ਤੇ ਇਕੱਠਾ ਕਰ ਰਹੇ ਹਾਂ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਜਿਹੜੀ ਕੁਰਸੀ ਹਿਲਦੀ ਨਜ਼ਰ ਆ ਰਹੀ ਆ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਹੀ ਟਾਰਗੇਟ ਕੀਤਾ। ਨਹੀਂ ਤਾਂ ਹੋਰ ਅਦਰਵਾਈਜ਼ ਜਿੰਨੇ ਵੀ ਗੈਂਗਸਟਰ ਦੇ ਘਰ ਰੇਡ ਹੋਏ ਨੇ ਉਹ ਮੌਜੂਦਾ ਜਿਹੜੇ ਐਕਟਿਵ ਨੇ, ਕੁਝ ਭਗੌੜੇ ਨੇ ਤੇ ਕੁਝ ਜੇਲ੍ਹ 'ਚ ਨੇ। ਤੇ ਮੈਂ ਘਰ ਬੈਠਾ 2.5-3 ਸਾਲ ਤੋਂ ਮੈਂ ਹੋ ਗਿਆ ਕਿ ਘਰ ਬੈਠਾ ਆਰਾਮ ਨਾਲ ਤੇ ਕੋਈ ਮੇਰੀ ਗਲਤ ਐਕਟੀਵਿਟੀ ਨਹੀਂ ਗਈ ਤੇ ਮੇਰੇ ਘਰ ਰੇਡ ਹੁੰਦਾ ਤਾਂ ਮਤਲਬ ਬਣਦਾ ਹੀ ਨਹੀਂ। ਫਿਰ ਜੇ ਚਲੋ ਰੇਡ ਹੋਇਆ, ਜਿਹਨਾਂ ਨੂੰ ਬੜੀ ਵੱਡੀ ਇਨਫੋਰਮੇਸ਼ਨ, ਫਿਰ ਕੁਛ ਨਾ ਕੁਛ ਲੱਭਦਾ ਵੀ ਇਹਨਾਂ ਨੂੰ, ਕੋਈ ਵੱਡੀ ਰਿਕਵਰੀ ਮਿਲਦੀ। ਮੈਂ ਵੀ ਸਮਾਜ ਦੇ ਕਰਕੇ ਕਿ ਸ਼ਰਮਿੰਦਾ ਹੁੰਦਾ, ਤੁਹਾਡੇ ਕੋਲ ਸ਼ਰਮਿੰਦਾ ਹੁੰਦਾ ਕਿ ਯਾਰ ਮੈਂ ਤਾਂ ਬੜਾ ਸੱਚਾ ਸੁੱਚਾ ਬਣਿਆ ਫਿਰਦਾ ਸੀਗਾ ਤੇ ਮੇਰੇ ਘਰੋਂ ਜਾਮ ਲੱਭ ਗਿਆ ਤੇ ਮਿਲਿਆ ਤਾਂ ਮੇਰੇ ਘਰੋਂ ਕੁਛ ਵੀ ਨਹੀਂ। ਐਂਡ ਮਤਲਬ ਸਾਡੇ ਜਿਹੜੇ ਫੋਨ ਨੰਬਰ ਸੀ, ਮੇਰਾ ਮਾਤਾ ਜੀ ਦਾ ਫੋਨ ਨੰਬਰ ਲੈ ਕੇ ਗਿਆ, ਉਹ ਤਾਂ ਪਹਿਲਾਂ ਆਲਰੇਡੀ ਹਰ ਥਾਣੇ 'ਚ ਹਰ ਜਗ੍ਹਾ ਤੇ ਮੇਰਾ ਨੰਬਰ ਹੈਗਾ। ਮਤਲਬ ਜਾਂ ਕਿ ਮੈਂ ਨੰਬਰ ਬੜਾ ਪ੍ਰਾਈਵੇਟ ਰੱਖਿਆ ਵਾ, ਕਿਸੇ ਕੋਲ ਨੰਬਰ ਨਹੀਂ। ਮਾਤਾ ਜੀ ਦਾ, ਮੇਰਾ ਸਾਰਿਆਂ ਕੋਲ ਨੰਬਰ ਹੈਗਾ ਵਾ, ਉਹੀ ਨੰਬਰ ਸਰ ਦੁਬਾਰਾ ਫਿਰ ਲੈ ਕੇ। ਫੋਟੋ ਜੀ ਲੱਗਦਾ ਤੇ ਤੁਹਾਡੀ ਜਾਨ ਨੂੰ ਦੱਸਿਆ ਜਾ ਰਿਹਾ ਖਤਰਾ ਹੈ ਤੇ ਤੁਹਾਨੂੰ ਸਿਕਿਉਰਿਟੀ ਮੁਹੱਈਆ ਕਰ। ਦੇਖੋ, ਜੇ ਬਾਰ-ਬਾਰ ਜਿਵੇਂ ਏਜੰਸੀਆਂ ਕਹਿ ਰਹੀਆਂ ਵਾ ਖਤਰਾ ਵਾ, ਮੈਨੂੰ ਤਾਂ ਪਤਾ ਨਹੀਂ ਏਜੰਸੀਆਂ ਦਾ ਕਹਿਣਾ ਵਾ ਕਿ ਖਤਰਾ ਵਾ, ਕਦੀ ਤੁਹਾਡੇ ਪਿੱਛੇ ਆਹ ਬੰਦੇ ਆ ਗਏ, ਕਦੀ ਉਹ ਬੰਦੇ ਆ ਗਏ। ਜੇ ਉਹਨਾਂ ਨੂੰ ਲੱਗਦਾ ਵਾ ਕਿ ਮੈਨੂੰ ਖਤਰਾ ਵਾ ਤੇ ਫਿਰ ਜਿਹੜੀ ਜਿੱਦਾਂ ਅਸੀਂ ਵਾਲਮੀਕ ਸਮਾਜ ਲਈ ਕੰਮ ਕਰ ਰਹੇ ਹਾਂ, ਵਧੀਆ ਕੰਮ ਕਰ ਰਹੇ ਹਾਂ, ਸਾਰੇ ਸੰਗਠਨ ਨਾਲ ਦਿਨ ਰਾਤ ਸਾਨੂੰ ਆਉਣਾ ਜਾਣਾ ਪੈਂਦਾ, ਫਿਰ ਜਿਹੜੀ ਸਿਕਿਉਰਿਟੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਬਣਦੀ। ਸੋਨੂੰ ਜੀ, ਖਾਲੀ ਹੱਥ ਗਈ ਇੰਨੀ ਵੱਡੀ ਏਜੰਸੀ, ਵਿਰੋਧੀਆਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ, ਵੇਖੋ, ਜਿਹੜਾ ਸੱਚ ਆ, ਸੱਚ ਤਾਂ ਸੱਚ ਹੀ ਆ। ਇਸ ਵਾਰੀ ਫਸਟ ਟਾਈਮ ਚਲੋ ਜਦੋਂ ਅਸੀਂ ਇਹ ਲਾਈਨ 'ਚ ਸੀਗੇ ਤੇ ਇੱਕ ਸਿਪਾਹੀ ਬੂਹੇ ਗਾੜੀ ਖੜਾ ਹੁੰਦਾ ਤੇ ਮਨ 'ਚ ਬੜੀ ਸ਼ੰਕਾ ਹੁੰਦੀ ਕਿ ਯਾਰ ਇੱਕ ਸਿਪਾਹੀ ਖੜਾ, ਪਰ ਐਡੀ ਵੱਡੀ ਏਜੰਸੀ ਆਈ, ਸਾਡੇ ਮਨ 'ਚ 1% ਵੀ ਡਰ ਨਹੀਂ ਸੀਗਾ। ਉਹਦਾ ਕਾਰਨ ਇਹ ਸੀ ਕਿ ਅਸੀਂ ਅੱਜ ਜਿਹੜਾ ਸੀਗਾ ਬਿਲਕੁਲ ਨਰੋਲ ਸੀਗੇ, ਸੱਚੇ ਸੀਗੇ, ਕੋਈ ਸਾਡੇ ਮਨ 'ਚ 1% ਵੀ ਸੱਚ ਨਹੀਂ, ਮਤਲਬ ਡਰ ਨਹੀਂ ਸੀਗਾ। ਪੂਰੇ ਨਾ ਪਰਿਵਾਰ ਦੇ, ਨਾ ਮੇਰੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਪਰਿਵਾਰ ਨੇ ਪੂਰਾ ਡਟ ਕੇ ਜੋ ਜਿਹੜੇ ਉਹਨਾਂ ਨੇ ਸਵਾਲ ਕੀਤੇ ਉਹਦਾ ਜਵਾਬ ਦਿੱਤਾ, ਪੂਰੀ ਤਰ੍ਹਾਂ ਕੋਆਪਰੇਟ ਕੀਤਾ।
ਜੋ ਵੀ ਉਹਨਾਂ ਨੇ ਸਵਾਲ ਜਿਹੜੀ ਚੀਜ਼ ਮੰਗੀ ਆ ਕਿ ਆਪਣੇ ਬੈਂਕ ਅਕਾਊਂਟ ਦਿਓ, ਅਲਮਾਰੀਆਂ ਖੋਲ੍ਹੋ, ਜੋ ਵੀ ਸੀਗਾ ਘਰ, ਮਤਲਬ ਇੱਥੋਂ ਤੱਕ ਕਿ ਮੈਨੂੰ ਐਵੇਂ ਲੱਗਦਾ ਕਿ ਜੇ ਘਰ ਦੀ ਜਗ੍ਹਾ ਕੱਚੀ ਹੁੰਦੀ ਸ਼ਾਇਦ ਕਈਆਂ ਲੈ ਕੇ ਉਹ ਵੀ ਪੁੱਟਦੇ ਜਾਂ JCB ਲੈ ਕੇ ਉਹ ਵੀ ਪੁੱਟਦੇ। ਸਿਰਫ ਉਹ ਟਾਈਲਾਂ ਲੱਗਣ ਕਰਕੇ ਜਾਂ ਪੱਥਰ ਲੱਗਣ ਕਰਕੇ ਉਹਨੂੰ ਕਿਤੇ ਰਹਿਮ ਆ ਗਿਆ ਵੀ ਨਹੀਂ ਇਹ ਨਾ ਪੁੱਟੀਏ। ਬਾਕੀ ਘਰ ਦੀ ਕੋਈ ਐਸੀ ਚੀਜ਼ ਨਹੀਂ ਸੀ, ਕੋਈ ਐਸੀ ਨੁੱਕਰ ਨਹੀਂ ਸੀ ਜਿਹੜੀ ਫਰੋਲੀ ਨਹੀਂ ਸੀ। ਸਾਰੇ ਕਿੰਨੇ ਦਿਨ ਬੱਚਿਆਂ ਦੇ ਟੈਡੀ ਬੀਅਰ ਤੱਕ ਜਿਹੜੇ ਹੁੰਦੇ ਖੇਲਣ ਵਾਲੇ ਉਹ ਵੀ ਪਾੜ ਕੇ ਉਹ ਵੀ ਦੇਖੇ। ਸੋਨੂੰ ਜੀ ਕਿੰਨੇ ਘੰਟੇ ਪ੍ਰੋਸੀਜਰ ਚੱਲੇਗੀ? ਇਹ ਲਗਾਤਾਰ ਸਵੇਰੇ 6 ਵਜੇ ਤੋਂ ਲੈ ਕੇ ਤੇ ਦੁਪਹਿਰ 3 ਵਜੇ ਤੱਕ 9 ਘੰਟੇ ਲਗਾਤਾਰ। ਸੁਣੀ ਜੇ ਏਜੰਸੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਇਨਫੋਰਮੇਸ਼ਨ ਬੜੀ ਵੱਡੀ ਹੁੰਦੀ ਹੈ। ਜੇਕਰ ਤੁਸੀਂ 1.5 ਸਾਲ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹੋ, ਇਹਨਾਂ ਨੂੰ ਵੀ ਸਾਰਾ ਪਤਾ ਹੈ ਤੇ ਫਿਰ ਵੀ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਤੁਸੀਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਜੇਕਰ ਜਾਂ ਤੁਹਾਨੂੰ ਟਾਰਗੇਟ ਕੀਤਾ ਗਿਆ ਜਿਹੜਾ ਇਹਦੇ ਵੱਲੋਂ? ਮੈਂ ਸਰਕਾਰ ਕੋਲ ਇਹੀ ਮੰਗ ਕਰਦਾ ਹਾਂ ਕਿ ਦੇਖੋ ਜੇ ਕਿਤੇ ਨਾ ਕਿਤੇ ਜੇ ਮੇਰੇ ਕੋਲ ਕੋਈ ਇਤਰਾਜ਼ਯੋਗ ਚੀਜ਼ ਮਿਲਦੀ ਤੇ ਮੈਂ ਜਵਾਬਦੇਹ ਸੀਗਾ। ਜੇ ਕੁਝ ਨਹੀਂ ਮਿਲਿਆਗਾ, ਮੇਰੇ ਪਰਿਵਾਰ ਨੂੰ ਮਤਲਬ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ, 9 ਘੰਟੇ ਨਜ਼ਰਬੰਦ ਰੱਖਿਆ ਗਿਆ, ਕਿਸੇ ਬੰਦੇ ਨੂੰ 1 ਘੰਟਾ ਵੀ ਨਜ਼ਰਬੰਦ ਰੱਖਿਆ ਤਾਂ ਉਹਦੇ 364 ਦੀ ਧਾਰਾ ਲੱਗਦੀ ਕਿਡਨੈਪਿੰਗ ਦੀ। ਚਲੋ ਮੈਂ ਸਟੇਟ ਦੀ ਏਜੰਸੀ ਆ, ਚਲੋ ਉਹਨਾਂ ਕੋਲ ਗਲਤੀ ਹੋ ਸਕਦੀ ਹੈ, ਹੋ ਸਕਦਾ ਕਿਸੇ ਨੇ ਮਿਸਗਾਈਡ ਕੀਤਾ ਹੋਵੇ, ਉਹਦਾ ਸਪਸ਼ਟੀਕਰਨ ਉਹ ਵੀ ਦੇਣ। ਤੇ ਸਰ ਸੁਣੋ ਜੀ, ਉਹ ਜਿਹੜਾ ਹੁਣ ਤੁਹਾਡੇ ਵੱਲੋਂ ਜਿਹੜਾ ਪ੍ਰੋਗਰਾਮ ਜਿਹੜਾ ਕੀਰਤਨ ਦਾ ਆ ਰਿਹਾ, ਇਹਦੇ ਵੱਲੋਂ ਥੋੜੀ ਜਾਣਕਾਰੀ ਦੇ ਦਿਓ ਜੀ। ਪ੍ਰਗਟ ਦਿਵਸ ਦਾ ਜਿਹੜਾ ਪ੍ਰੋਗਰਾਮ ਆ ਰਿਹਾ ਉਹ 1 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਆ ਰਹੀ ਹੈ ਜਲੰਧਰ ਤੋਂ, ਉਹਦਾ ਜਗ੍ਹਾ ਜਿਹੜਾ ਸਮਾਨ ਜਿਹੜਾ ਕੀਤਾ ਜਾਊਗਾ, ਸਟੇਜਾਂ ਲਾਈਆਂ ਜਾਣਗੀਆਂ, ਲੰਗਰ ਲਾਏ ਜਾਣਗੇ, ਹੋਰ ਵੀ ਜੋ ਵੀ ਸੁਵਿਧਾ ਹੋਣਗੀਆਂ, ਜੋ ਵੀ ਸਾਡੇ ਸਮਾਜ ਵੱਲੋਂ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਜਾਊਗਾ। ਔਰ ਇੱਕ ਅਸੀਂ 9 ਤਰੀਕ ਨੂੰ ਜੋ ਪ੍ਰਗਟ ਦਿਵਸ ਤੋਂ 1 ਦਿਨ ਪਹਿਲਾਂ ਸ਼ੋਭਾ ਯਾਤਰਾ ਜਿਹੜੀ ਆ ਪੂਰੇ ਅੰਮ੍ਰਿਤਸਰ ਤੋਂ ਜਿਹੜੀ ਆ ਕੱਢ ਰਹੇ ਆ ਤੇ ਉਹ ਗੁਰਵਾਲੀ ਗੇਟ ਤੋਂ ਸ਼ੁਰੂ ਹੋਊਗੀ ਤੇ ਲਗਭਗ ਪੂਰੇ ਅੰਮ੍ਰਿਤਸਰ ਦੇ ਵੱਖ-ਵੱਖ ਗੇਟਾਂ ਤੇ ਜਾ ਕੇ ਤੇ ਉਹਦੀ ਸਮਾਪਤੀ ਕੀਤੀ ਜਾਊਗੀ। ਸੋਨੂੰ ਜੀ ਕੀ ਨਾਮ, ਜਿੱਦਾਂ ਜਿਹੜੇ ਬੰਦੇ ਤੁਹਾਡੇ ਘਰ ਦੇ ਅੰਦਰ ਆ ਗਏ, ਕੀ ਨਾਮ, ਇਨਕੁਆਇਰੀ ਕੀਤੀ, ਸਾਰਾ ਕੁਝ ਲੱਭਿਆ ਕਿ ਕੁਝ ਵੀ ਨਹੀਂ ਲੱਭਿਆ? ਇਹ ਜਿਹੜੀ ਰੇਟ ਵਾਲੀ ਗੱਲ ਆ, ਇਹ ਸਾਰੇ ਸਮਾਜ ਨਾਲ ਬੈਠ ਕੇ ਅੱਜ ਸਾਡੀ ਉਸ ਤੋਂ ਬਾਅਦ ਜਿਹੜੀ ਪਰਸੋਂ ਰੇਟ ਹੋਈ ਉਸ ਤੋਂ ਬਾਅਦ ਦਾ ਪਹਿਲੀ ਮੀਟਿੰਗ ਆ, ਉਹ ਕਿਸੇ ਪਹਿਲੇ ਸਮਾਜੀ ਕੰਮਾਂ 'ਚ ਬਿਜੀ ਸੀਗੇ, ਅਸੀਂ ਤਾਂ ਉਲਝੇ ਪਏ ਸੀ ਤੇ ਇਹ ਸਾਰੇ ਸਮਾਜ ਨਾਲ ਜੇ ਸਾਨੂੰ ਕੋਈ ਇਨਸਾਫ ਨਾ ਮਿਲਦਾ ਨਜ਼ਰ ਆਇਆ, ਅਸੀਂ ਜਿਵੇਂ ਹੁਣ ਕੀ ਕਰਾਂਗੇ, ਆਲਾ ਅਧਿਕਾਰੀਆਂ ਨੂੰ ਮੰਗ ਪੱਤਰ ਦੇਵਾਂਗੇ ਉਹਦਾ। ਜੇ ਸਾਨੂੰ ਕੋਈ ਇਨਸਾਫ ਨਾ ਮਿਲਦਾ ਨਜ਼ਰ ਆਇਆ, ਫਿਰ ਜੋ ਸਾਡਾ ਸਾਰਾ ਸਮਾਜ ਫੈਸਲਾ ਰਹੂਗਾ ਉਹ ਉੱਦਾਂ ਹੀ ਅੱਗੇ ਕੀਤਾ ਜਾਊਗਾ। ਠੀਕ ਹੈ ਜੀ।